ਸਤਿ ਸ਼੍ਰੀ ਅਕਾਲ। ਰੇਡੀਓ ਆਵਾਜ਼ ਸੁਣ ਰਹੇ ਸਾਰੇ ਹੀ ਪਿਆਰੇ ਸਰੋਤਿਆਂ ਨੂੰ ਤੁਹਾਡੀ ਆਪਣੀ ਮਾਨਵੀ ਜਹਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਹਾਂ ਦੋਸਤੋ, ਜਿਹੜਾ ਆਪਣਾ ਪਿਛਲਾ ਪ੍ਰੋਗਰਾਮ ਰਿਹਾ ਵੀਰਿੰਦਰ ਬਹਿਲ ਜੀ ਨਾਲ RESP ਬੱਚਿਆਂ ਦੀ RESP ਉਹਦੇ ਬਾਰੇ ਬੜਾ ਵਧੀਆ ਰਿਸਪੌਂਸ ਰਿਹਾ ਤੁਹਾਡਾ, ਤੇ ਤੁਹਾਡੇ ਸਾਰਿਆਂ ਦੀ ਇੱਕ ਵਾਰ ਫੇਰ ਡਿਮਾਂਡ ਦੇ ਉੱਪਰ ਅਸੀਂ ਆਪਣੇ ਸਟੂਡੀਓ ਦੇ ਵਿੱਚ ਵੀਰਿੰਦਰ ਬਹਿਲ ਜੀ ਨੂੰ ਫੋਕਸ ਇੰਸ਼ੋਰੈਂਸ ਤੇ ਰਿਕੁਐਸਟ ਕਰਕੇ ਸਟੂਡੀਓ ਦੇ ਵਿੱਚ ਬੁਲਾਇਆ। ਤੇ ਵੀਰਿੰਦਰ ਜੀ, ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੀ RRSP ਦੇ ਉੱਪਰ। ਕਾਫੀ ਸਾਰੇ ਸਰੋਤਿਆਂ ਨੇ ਸਾਨੂੰ ਪੁੱਛਿਆ ਕਿ ਥੋੜੀ ਜਿਹੀ ਉਹਨਾਂ ਨੂੰ ਕਨਫਿਊਜ਼ਨ ਹੈ RESP ਤੇ RRSP ਦੇ ਉੱਪਰ। ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਸਾਰੇ ਸਰੋਤੇ ਜਿੰਨੇ ਵੀ ਇਸ ਟਾਈਮ ਤੇ ਪ੍ਰੋਗਰਾਮ ਸੁਣ ਰਹੇ ਨੇ ਜਾਂ ਦੇਖ ਰਹੇ ਨੇ, ਸਾਰਿਆਂ ਨੂੰ ਤੁਸੀਂ RRSP ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਜ਼ਰੂਰ ਦਿਓ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰਿੰਦਰ ਬਹਿਲ ਵੱਲੋਂ। ਤੇ RRSP ਇੱਕ ਗਵਰਨਮੈਂਟ ਦਾ ਰਜਿਸਟਰਡ ਪ੍ਰੋਗਰਾਮ ਹੈ, ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ। ਜਿਵੇਂ ਲਾਸਟ ਟਾਈਮ ਆਪਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਕੀਤਾ ਸੀ RESP ਦਾ, ਗਵਰਨਮੈਂਟ ਉਹਦੇ ਵਿੱਚ ਗ੍ਰਾਂਟ ਦਿੰਦੀ ਹੈ। ਤੇ RRSP ਦੇ ਵਿੱਚ ਕੀ ਹੈ ਕਿ ਰਿਟਾਇਰਮੈਂਟ ਵਾਸਤੇ ਗਵਰਨਮੈਂਟ ਐਨਕਰੇਜ ਕਰਦੀ ਹੈ ਔਰ ਕੁਝ ਬੈਨੀਫਿਟਸ ਦਿੰਦੀ ਹੈ ਕਿ ਰਿਟਾਇਰਮੈਂਟਸ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕੋ ਜਾਂ ਪਹਿਲਾਂ ਵੀ ਕਰ ਸਕੋ। ਤੇ ਉਹਦਾ ਨਾਮ ਹੈ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ। ਇਟਸ ਅ ਸੇਵਿੰਗ ਪਲਾਨ ਜਿਹੜਾ ਤੁਸੀਂ RRSP ਦੇ ਨਾਮ ਤੇ ਆਪਾਂ ਜਾਣਦੇ ਹਾਂ। ਸੋ ਦੈਟ ਇਜ਼ ਵਾਟ ਇਟ ਇਜ਼ ਕਾਲਡ, RRSP ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ। ਤੇ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਤੋਂ ਮਤਲਬ ਕਿ ਜਦੋਂ ਰਿਟਾਇਰ ਹੋਣਾ ਆਪਾਂ ਉਦੋਂ ਹੀ ਯੂਜ਼ ਕਰ ਸਕਦੇ ਹਾਂ ਕਿ ਰਿਟਾਇਰਮੈਂਟ ਤੋਂ ਪਹਿਲਾਂ ਵੀ? ਨਹੀਂ, ਬੜਾ ਵਧੀਆ ਕੁਐਸਚਨ ਹੈ। ਸੇ ਲੋਕੀ ਬਹੁਤੇ ਕਨਫਿਊਜ਼ ਹੋ ਜਾਂਦੇ ਨੇ ਇਸ ਤਰ੍ਹਾਂ ਕਿ ਵੀ ਇਹ ਸਿਰਫ ਆਪਾਂ ਰਿਟਾਇਰਮੈਂਟ ਤੇ ਯੂਜ਼ ਕਰ ਸਕਦੇ ਹਾਂ ਜਾਂ ਸਿਰਫ ਰਿਟਾਇਰਮੈਂਟ ਤੋਂ ਪਹਿਲਾਂ ਆਪਾਂ ਨਹੀਂ ਯੂਜ਼ ਕਰ ਸਕਦੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸੋ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਸਿਰਫ ਨਾਮ ਇਸ ਲਈ ਹੈ ਕਿ ਰਿਟਾਇਰਮੈਂਟ ਲਈ ਗਵਰਨਮੈਂਟ ਤੁਹਾਨੂੰ ਐਨਕਰੇਜ ਕਰਦੀ ਹੈ, ਪਰ ਤੁਸੀਂ ਇਹਨੂੰ ਪੈਸੇ ਨੂੰ ਯੂਜ਼ ਕਦੇ ਵੀ ਕਰ ਸਕਦੇ ਹੋ। ਸੋ ਤੁਸੀਂ ਜੇ ਅੱਜ ਅਮਾਊਂਟ ਪਾਈ ਹੈ ਤਾਂ ਜਦੋਂ ਵੀ ਲੋੜ ਹੈ ਤੁਸੀਂ ਇਹ ਪੈਸਾ ਕਢਾ ਸਕਦੇ ਹੋ, ਕਦੀ ਵੀ ਰਿਟਾਇਰਮੈਂਟ ਤੋਂ ਪਹਿਲਾਂ ਵੀ ਯੂਜ਼ ਕਰ ਸਕਦੇ ਹੋ। ਐਨਕਰੇਜ ਇਹ ਕਰਦੀ ਹੈ ਗਵਰਨਮੈਂਟ, ਮਤਲਬ ਐਨਕਰੇਜ ਕਰਦੀ, ਮੈਂ ਵਰਡ ਇੱਥੇ ਐਨਕਰੇਜ ਯੂਜ਼ ਕਰ ਰਿਹਾ ਕਿ ਵੀ ਤੁਸੀਂ ਇਹਨੂੰ ਰਿਟਾਇਰਮੈਂਟ ਤੇ ਜਾ ਕੇ ਜਦੋਂ ਤੁਸੀਂ ਤੁਹਾਡੀ ਪੈਨਸ਼ਨ ਲੱਗਦੀ ਹੈ ਤਾਂ ਇਹਨੂੰ ਆਪਣਾ ਪੈਸਾ ਉਦੋਂ ਯੂਜ਼ ਕਰੋ, ਪਰ ਪਹਿਲਾਂ ਯੂਜ਼ ਕਰਨ 'ਚ ਕੋਈ ਰੋਕ ਨਹੀਂ ਹੈ। ਕੋਈ ਰੋਕ ਨਹੀਂ। ਤੇ ਇਹਦੇ ਨਾਲ ਹੀ ਵੀਰਿੰਦਰ ਜੀ, ਜਿਹੜੇ ਫਰਸਟ ਹੋਮ ਬਾਇਰ ਨੇ, ਹਾਂਜੀ, ਉਹਨਾਂ ਦੇ ਲਈ ਵੀ ਕੋਈ ਬੈਨੀਫਿਟ ਹੈ ਇਹਦੇ ਵਿੱਚ? ਹਾਂ, ਬਿਲਕੁਲ। ਸੋ ਇਹਦੇ ਵਿੱਚ ਕੀ ਹੈ ਕਿ ਜੇ ਤੁਸੀਂ ਇਹਨੂੰ ਪਹਿਲਾਂ ਯੂਜ਼ ਕਰਦੇ ਹੋ ਜਾਂ ਜਦੋਂ ਵੀ ਯੂਜ਼ ਕਰਦੇ ਹੋ, ਜਦੋਂ ਤੁਸੀਂ ਰਿਟਾਇਰਮੈਂਟ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ 'ਚੋਂ ਪੈਸਾ ਕਢਾਉਂਦੇ ਹੋ ਤਾਂ ਉਸ ਇਨਕਮ ਤੇ ਤੁਹਾਡਾ ਟੈਕਸ ਪੈਂਦਾ ਹੈ ਜਿਹੜੀ RRSP 'ਚੋਂ ਕਢਾਉਂਦੇ ਹੋ, ਕਿਉਂਕਿ ਜਦੋਂ ਤੁਸੀਂ ਇਹਦੇ 'ਚ ਪਾਉਂਦੇ ਹੋ ਪੈਸੇ ਉਦੋਂ ਤੁਹਾਨੂੰ ਟੈਕਸ ਬੈਨੀਫਿਟ ਵੀ ਮਿਲਦੇ ਨੇ। ਆਪਾਂ ਅੱਗੇ ਜਾ ਕੇ ਇਹਦੇ ਬਾਰੇ ਹੋਰ ਡਿਟੇਲ 'ਚ ਗੱਲ ਕਰਾਂਗੇ। ਤੇ ਪਰ ਜਦੋਂ ਤੁਸੀਂ ਫਰਸਟ ਹੋਮ ਲੈਂਦੇ ਹੋ ਕੈਨੇਡਾ ਦੇ ਵਿੱਚ, ਉਦੋਂ ਤੁਸੀਂ ਉਹ ਪੈਸਾ ਵਿਦਆਊਟ ਪੇਇੰਗ ਐਨੀ ਟੈਕਸ, ਵਿਦਆਊਟ ਪੇਇੰਗ ਐਨੀ ਪੈਨਲਟੀ, ਐਨੀਥਿੰਗ, ਤੁਸੀਂ ਉਹ ਪੈਸਾ ਯੂਜ਼ ਕਰ ਸਕਦੇ ਹੋ ਆਪਣਾ ਪਹਿਲਾ ਘਰ ਲੈਣ ਲਈ। ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਟੈਕਸ ਦੇ ਜਿਹੜੇ ਬੈਨੀਫਿਟ ਨੇ ਉਹ ਬਾਅਦ ਚ ਗੱਲ ਕਰਾਂਗੇ। ਮੈਂ ਚਾਹੁੰਦੀ ਹਾਂ ਕਿ ਥੋੜਾ ਤੁਸੀਂ ਟੈਕਸ ਬਾਰੇ ਵੀ ਜ਼ਰੂਰ ਆਪਣੇ ਸਰੋਤਿਆਂ ਨੂੰ ਸਾਰਿਆਂ ਨੂੰ ਦੱਸੋ। ਸ਼ੋਰ। ਸੋ ਜਿਵੇਂ ਹੁਣ ਕੀ ਹੈ ਕਿ ਵੀ ਜਿੰਨੇ ਪੈਸੇ ਤੁਸੀਂ ਜਾਂ ਜਿੰਨੇ ਡਾਲਰ ਅਮਾਉਂਟ ਤੁਸੀਂ RRSP ਦੇ ਵਿੱਚ ਪਾਉਂਦੇ ਹੋ ਜੀ, ਉਨੀ ਅਮਾਉਂਟ ਤੁਹਾਡੀ ਕੀ ਹੈ ਕਿ ਇਨਕਮ ਚੋਂ ਲੈਸ ਹੋ ਜਾਂਦੀ ਹੈ। ਸੋ ਫੋਰ ਐਗਜ਼ਾਮਪਲ, ਜੇ ਤੁਹਾਡੀ $50,000 ਇਨਕਮ ਹੈ ਸਾਲ ਦੀ, ਤੁਸੀਂ ਉਹਦੇ ਚ $5,000 RRSP ਚ ਪਾਇਆ, ਤੁਹਾਡੀ ਜੇ ਇੰਪਲੋਇਰ ਨੇ $50,000 ਦੇ ਹਿਸਾਬ ਨਾਲ ਟੈਕਸ ਕੱਟਿਆ ਤੇ ਉਹ ਤੁਹਾਨੂੰ $5,000 ਦਾ ਟੈਕਸ ਗਵਰਨਮੈਂਟ ਵਾਪਸ ਕਰ ਦੇਗੀ, ਤੁਹਾਨੂੰ ਟੈਕਸ ਸਿਰਫ $45,000 ਦੇ ਉੱਤੇ ਦੇਣਾ ਪਏਗਾ। ਸੋ ਇਹ ਬੜਾ ਵੱਡਾ ਬੈਨੀਫਿਟ ਹੈ ਕਿ ਜਿਹੜੀ ਤੁਹਾਡੀ RRSP ਚ ਅਮਾਊਂਟ ਜਾਂਦੀ ਹੈ ਉਸ ਅਮਾਊਂਟ ਦੇ ਉੱਤੇ ਟੈਕਸ ਨਹੀਂ ਪੈਂਦਾ। ਸੋ ਇਹ ਜਿਹੜਾ ਟੈਕਸ ਬੈਨੀਫਿਟ ਹੈ ਇਹ ਤੁਹਾਨੂੰ ਗਵਰਨਮੈਂਟ ਇੱਕ ਤਰ੍ਹਾਂ, ਤਾਂ ਹੀ ਇਹਨੂੰ ਰਜਿਸਟਰਡ ਰਿਟਾਇਰਮੈਂਟ ਕਹਿੰਦੇ ਕਿ ਰਜਿਸਟਰਡ ਹੈ ਗਵਰਨਮੈਂਟ ਤੋਂ। ਤੇ ਜਦੋਂ ਤੁਸੀਂ ਇਸ ਰਜਿਸਟਰਡ ਸੇਵਿੰਗ ਪਲਾਨ 'ਚ ਕੋਈ ਵੀ ਡਾਲਰ ਅਮਾਊਂਟ ਪਾਉਂਦੇ ਹੋ ਉਸ ਡਾਲਰ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਜੇ ਟੈਕਸ ਕੱਟਿਆ ਗਿਆ ਤੇ ਉਹ ਤੁਹਾਨੂੰ ਵਾਪਸ ਆ ਜਾਂਦਾ। ਜੀ, ਬੜਾ ਵਧੀਆ ਲੱਗਿਆ ਸੁਣ ਕੇ ਕਿ ਟੈਕਸ ਨਹੀਂ ਕੱਟਿਆ ਜਾਂਦਾ, ਟੈਕਸ ਇੱਕ ਟਾਈਮ ਲਈ ਸੇਵ ਹੋ ਜਾਂਦਾ ਹੈ। ਬਿਲਕੁਲ। ਤੇ ਮੈਂ ਤੇ ਮੇਰੇ ਸਾਰੇ ਸਰੋਤੇ ਹੁਣ ਇਹ ਜਾਣਨਾ ਚਾਹੁੰਦੇ ਨੇ ਕਿ ਇਹਦੀ ਕੋਈ ਲਿਮਿਟ ਵੀ ਹੈ, ਇਹਦੇ ਵਿੱਚ ਆਪਾਂ ਕਿੰਨੇ ਪੈਸੇ ਇਨਵੈਸਟ ਕਰ ਸਕਦੇ ਹਾਂ? ਅਗੇਨ ਅ ਵੈਰੀ ਗੁੱਡ ਕੁਐਸਚਨ। ਇਹਦੇ ਕਿਉਂਕਿ ਲੋਕਾਂ ਨੂੰ, ਆਪਣੇ ਸਰੋਤਿਆਂ ਨੂੰ ਇਹ ਵੀ ਲੱਗੇਗਾ ਵੀ ਇਹ 'ਚ ਜਿੰਨੇ ਮਰਜ਼ੀ ਪੈਸੇ ਪਾਈਏ ਤੇ ਟੈਕਸ ਆਪਾਂ ਬਚਾ ਲਈਏ ਜੀ। ਸੋ ਇਹ ਗਵਰਨਮੈਂਟ ਨੇ ਤੈਅ ਕੀਤਾ ਕਿ 18% ਆਫ ਯੂਰ ਗ੍ਰੋਸ ਇਨਕਮ, ਜਿਹੜੀ ਤੁਹਾਡੀ ਪਰਸਨਲ ਇਨਕਮ ਹੈ, ਉਹਦੇ 18% ਤੱਕ ਤੁਹਾਡੀ ਲਿਮਿਟ ਹੈਗੀ ਹੈ। ਪਰ ਵਧੀਆ ਗੱਲ ਇਹ ਹੈ ਕਿ ਐਕਿਊਮੂਲੇਟ ਹੁੰਦੀ ਰਹਿੰਦੀ ਹੈ। ਸੋ ਜੇ ਤੁਸੀਂ RRSP ਦੇ ਵਿੱਚ ਪੈਸੇ ਨਹੀਂ ਪਾਏ, ਤੁਸੀਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹੋ, ਤਾਂ ਹਰ ਸਾਲ 18% ਤੁਹਾਡੇ ਉਹਦੇ ਐਡ ਹੋ ਜਾਂਦਾ ਤੇ ਜਿਹੜੀ ਕਿ ਕਾਫੀ ਵੱਡੀ ਅਮਾਊਂਟ ਬਣ ਜਾਂਦੀ ਹੈ ਜੇ ਤੁਸੀਂ RRSP ਨਹੀਂ ਕਦੀ ਵੀ ਸ਼ੁਰੂ ਕੀਤੀ ਤੇ ਫਿਰ ਉਹ ਤੁਹਾਡੀ ਐਕਿਊਮੂਲੇਟ ਹੋਈ ਜਾਂਦੀ ਹੈ। ਜਿੰਨੀ ਵੀ ਪਿਛਲੇ ਸਾਲਾਂ ਦੀ ਤੁਹਾਡੀ ਅਮਾਊਂਟ ਹੈਗੀ ਹੈ ਉਹ ਤੁਸੀਂ ਐਡ ਕਰ ਸਕਦੇ ਹੋ। ਸੋ ਇਹਦਾ ਕੀ ਹੁੰਦਾ ਹੈ, ਜਿਹੜਾ ਬੈਸਟ ਤਰੀਕਾ ਇਹ ਹੈ ਕਿ ਜਦੋਂ ਤੁਹਾਨੂੰ ਨੋਟਿਸ ਆਫ ਅਸੈਸਮੈਂਟ ਆਉਂਦਾ ਹਰ ਸਾਲ, ਉਹਦੇ ਵਿੱਚ ਇੱਕ ਥੱਲੇ ਲਾਈਨ ਲਿਖੀ ਹੁੰਦੀ ਹੈ CRA ਵੱਲੋਂ, ਜਿਹਦੇ 'ਚ ਲਿਖਿਆ ਹੁੰਦਾ ਕਿ ਤੁਹਾਡੀ ਇਸ ਸਾਲ ਦੀ ਕੰਟਰੀਬਿਊਸ਼ਨ ਲਿਮਿਟ ਇੰਨੀ ਅਮਾਊਂਟ ਹੈ। ਸੋ ਇਸ ਲਈ ਜਦੋਂ ਵੀ ਅਸੀਂ RRSP ਅਕਾਊਂਟ ਖੋਲਦੇ ਹਾਂ, ਅਸੀਂ ਹਰ ਇੱਕ ਨੂੰ ਇਹ ਕਹਿੰਦੇ ਹਾਂ ਵੀ ਤੁਸੀਂ ਆਪਣੀ ਨੋਟਿਸ ਆਫ ਅਸੈਸਮੈਂਟ ਸਾਨੂੰ ਦਿਖਾਓ
ਤਾਂ ਕਿ ਅਸੀਂ ਉਹਦੇ ਦੇਖ ਲਈਏ ਕਿ ਤੁਹਾਡੀ ਲਿਮਿਟ ਐਕਚੁਅਲ ਹੈ ਕਿੰਨੀ ਹੈ, ਕਿਉਂਕਿ ਲਿਮਿਟ ਦੇ ਉੱਪਰ ਨਹੀਂ ਅਸੀਂ ਕੋਈ ਵੀ ਡਾਲਰ ਅਮਾਉਂਟ ਪਾ ਸਕਦੇ। ਜਿੰਨੀ ਲਿਮਿਟ ਹੈ ਉਨੀ ਲਿਮਿਟ ਤੱਕ ਹੀ ਉਹ ਹੋਏਗੀ। ਜੇ ਤੁਸੀਂ RRSP ਨਹੀਂ ਕਰਾ ਰਹੇ, ਉਹ ਹਰ ਸਾਲ ਜਿਹੜੀ ਤੁਹਾਡੀ ਲਿਮਿਟ ਹੈ ਉਹ ਉੱਪਰ ਹੁੰਦੀ ਜਾਂਦੀ ਹੈ। ਤੁਸੀਂ ਲਿਮਿਟ ਦੀ ਗੱਲ ਕੀਤੀ ਹੈ ਕਿ ਇੱਕ ਲਿਮਿਟ ਹੀ ਹੁੰਦੀ ਹੈ ਇਹਨੂੰ, ਜਿਹੜਾ ਵੀ ਆਪਾਂ ਪੈਸਾ ਇਹਦੇ ਵਿੱਚ ਇਨਵੈਸਟ ਕਰਦੇ ਆ। ਤੇ ਇਹਦੇ ਨਾਲ ਹੀ ਮੈਂ ਜਿਹੜਾ ਮੇਰਾ ਅਗਲਾ ਸਵਾਲ ਹੈ ਉਹ ਪੁੱਛਣਾ ਚਾਹਾਂਗੀ ਕਿ ਇਹਦੀ ਕੋਈ ਲਿਮਿਟ ਵੀ ਹੈ, ਲਾਈਕ ਕਿ ਪੈਸੇ ਕਦੋਂ ਜਮ੍ਹਾਂ ਕਰਾਉਣੇ ਨੇ, ਜਾਂ ਫਿਰ ਜਿਹੜੇ ਮੇਰੇ ਪੈਸੇ ਮੈਂ ਵਿੱਚ ਇਹਦੇ ਇਨਵੈਸਟ ਕੀਤੇ ਨੇਗੇ ਉਹ ਸਿਰਫ ਰਿਟਾਇਰਮੈਂਟ ਤੱਕ ਹੀ ਯੂਜ਼ ਕਰ ਸਕਦੀ ਹਾਂ, ਰਿਟਾਇਰਮੈਂਟ ਤੋਂ ਬਾਅਦ ਹੀ ਯੂਜ਼ ਕਰ ਸਕਦੀ ਹਾਂ, ਜਾਂ ਉਹਨੂੰ ਇਨ ਬਿਟਵੀਨ ਜਦੋਂ ਵੀ ਮੈਨੂੰ ਲੋੜ ਪੈਂਦੀ ਹੈ ਉਹਦੇ ਵਿੱਚ ਆਪਾਂ ਜਦੋਂ ਵੀ? ਹਾਂ ਦੇਖੋ, ਜਦੋਂ ਵੀ, ਜਿਵੇਂ ਮੈਂ ਅੱਗੇ ਸਮਝਾਇਆ ਕਿ ਪੈਸੇ ਕਦੀ ਵੀ ਕਢਵਾ ਸਕਦੇ ਆ, ਬਟ ਇਹਦੇ 'ਚ ਇੱਕ ਕੈਚ ਹੈਗਾ। ਉਹ ਇਹ ਹੈ ਵੀ ਲੈਟਸ ਸੇ ਤੁਸੀਂ ਆਪਾਂ 5000 ਦੀ ਐਗਜ਼ਾਮਪਲ ਲੈਂਦੇ ਆ, ਤੁਹਾਡੀ ਅੱਜ ਇਨਕਮ 50000 ਹੈ, ਤੁਸੀਂ 5000 ਪਾਇਆ, ਤੁਹਾਡੀ 30-35% ਟੈਕਸ ਬ੍ਰੈਕਟ ਹੈ, ਤੁਹਾਨੂੰ $1500 ਤੋਂ $2000 $1800 ਵਾਪਸ ਆ ਜਾਂਦਾ ਟੈਕਸ ਦਾ, ਜੇ ਤੁਸੀਂ 5000 ਦੀ RRSP ਲੈਂਦੇ ਹੋ ਇਨ ਦੈਟ ਰੇਂਜ। ਹੁਣ ਜਦੋਂ ਵੀ ਤੁਸੀਂ ਉਹਨੂੰ ਕਢਾਉਂਦੇ ਹੋ, ਕਢਾ ਕਦੀ ਵੀ ਸਕਦੇ ਹੋ, ਜਦੋਂ ਵੀ ਤੁਸੀਂ ਉਹਨੂੰ ਕਢਾਉਂਦੇ ਹੋ ਤਾਂ ਉਹ ਤੁਹਾਡੀ ਇਨਕਮ 'ਚ ਐਡ ਹੋ ਜਾਂਦਾ, ਅਨਲੈਸ ਕਿ ਤੁਸੀਂ ਉਹਨੂੰ ਫਸਟ ਹੋਮ ਬਾਇਰ ਪਲਾਨ ਲਈ ਯੂਜ਼ ਕਰ ਰਹੇ ਹੋ, ਜਿਵੇਂ ਆਪਾਂ ਗੱਲ ਕੀਤੀ ਅੱਗੇ। ਸੋ ਉਸ ਪੈਸੇ ਨੂੰ ਤੁਸੀਂ ਕਦੀ ਵੀ ਕਢਵਾ ਸਕਦੇ ਹੋ, ਕਿੰਨੀ ਵੀ ਅਮਾਉਂਟ ਕਢਾ ਸਕਦੇ ਹੋ, ਪਰ ਉਹ ਅਮਾਉਂਟ ਤੁਹਾਡੀ ਇਨਕਮ ਦੇ ਵਿੱਚ ਐਡ ਹੋ ਜਾਂਦਾ। ਸਾਡੀ ਹਮੇਸ਼ਾ ਇਹ ਸੁਜੈਸ਼ਨ ਹੁੰਦੀ ਹੈ ਵੀ RRSP ਦੇ ਪੈਸੇ ਉਦੋਂ ਘਟਾਓ ਜਦੋਂ ਤੁਹਾਡੀ ਇਨਕਮ ਘੱਟ ਹੋਵੇ। ਜੇ ਤੁਹਾਡੀ ਹੁਣ ਹਰ ਸਾਲ ਸੇਮ ਇਨਕਮ ਆ ਰਹੀ ਹੈ, ਕਿਸੇ ਸਾਲ ਤੁਹਾਨੂੰ ਬਹੁਤ ਐਮਰਜੈਂਸੀ ਆ ਗਈ ਤਾਂ ਤੁਸੀਂ ਪੈਸੇ ਕਢਾ ਲਓ, ਪਰ ਜੇ ਇੰਨੀ ਐਮਰਜੈਂਸੀ ਨਹੀਂ ਹੈ ਪਰ ਤੁਹਾਨੂੰ ਉੱਦਾਂ ਲੋੜ ਹੈ, ਜੇ ਤੁਸੀਂ ਉਸ ਸਾਲ ਇੱਥੇ ਨਹੀਂ ਹੋ, ਜ਼ਿਆਦਾ ਵੈਕੇਸ਼ਨ ਤੇ ਗਏ ਹੋ, ਜਾਂ ਕੋਈ ਬਿਜ਼ਨਸ ਸ਼ੁਰੂ ਕਰਨਾ ਹੈ, ਜਾਂ ਤੁਹਾਡੀ ਵੈਸੇ ਓਵਰਆਲ ਸਾਲ ਦੀ ਇਨਕਮ ਘਟ ਗਈ ਹੈ, ਉਦੋਂ ਕਢਾਉਣ 'ਚ ਤੁਹਾਨੂੰ ਫਾਇਦਾ ਹੁੰਦਾ। ਬਟ ਅਗੇਨ ਅਸੀਂ ਇਨਕਰੇਜ ਕਰਦੇ ਹਾਂ ਕਿ ਇਹਨੂੰ ਤੁਸੀਂ ਲੰਬੇ ਸਮੇਂ ਲਈ ਚਲਾਓ ਤਾਂ ਕਿ ਤੁਹਾਡੇ ਕੋਲ ਵੱਧ ਤੋਂ ਵੱਧ ਬੈਨੀਫਿਟ ਹੋ ਸਕੇ ਟੈਕਸ ਦਾ, ਪਰ ਕਢਾ ਤੁਸੀਂ ਇਹਨੂੰ ਕਦੇ ਵੀ ਸਕਦੇ ਹੋ, ਕੋਈ ਰੋਕ ਨਹੀਂ ਹੈ, ਕੋਈ ਇਹਦੀ ਪੈਨਲਟੀ ਨਹੀਂ ਹੈ। ਜਿਹੜੀ ਮੈਂ ਉਹੀ ਆਨਸਰ ਕਰਨ ਲੱਗਾ ਵੀ ਕੋਈ ਇਹਦਾ ਲੌਕ ਨਹੀਂ ਹੈ। ਸੋ ਜੇ ਤੁਸੀਂ ਅੱਜ ਪੈਸੇ ਪਾਏ, ਤੁਸੀਂ ਉਹਨੂੰ ਜੇ ਅੱਜ 5000 ਪਾਇਆ, ਤੁਹਾਡੀ ਵੈਲਿਊ ਜੇ 5000 ਜਾਂ 5500 ਜੋ ਵੀ ਬਣੀ ਹੈ ਉਸ ਪੈਸੇ ਦੀ, ਤੁਸੀਂ ਉਹ ਡਾਲਰ ਅਮਾਉਂਟ ਸਾਰੀ ਕੱਢ ਸਕਦੇ ਹੋ, ਉਹਤੇ ਕੋਈ ਪੈਨਲਟੀ ਨਹੀਂ ਹੈ, ਕੋਈ ਲੌਕ ਇਨ ਪੀਰੀਅਡ ਨਹੀਂ ਹੈਗਾ, ਤੁਸੀਂ ਭਾਵੇਂ ਨੈਕਸਟ ਡੇ ਕਢਾ ਲਓ। ਜੀ ਜਦੋਂ ਵੀ ਆਪਾਂ ਨੂੰ ਲੋੜ ਪੈਂਦੀ ਹੈ, ਜਿਹੜੇ ਸਾਲ ਜਾਂ ਜਦੋਂ ਵੀ ਆਪਣੀ ਜਿਹੜੀ ਇਨਕਮ ਹੈ ਉਹ ਘਟ ਜਾਂਦੀ ਹੈ, ਮੋਸਟਲੀ ਰਿਟਾਇਰਮੈਂਟ ਤੋਂ ਬਾਅਦ ਹੀ ਘਟਦੀ ਹੈ, ਪਰ ਸਮ ਕੇਸਿਸ ਜਿਵੇਂ ਹੁਣ ਕੋਵਿਡ ਕਰਕੇ ਕਾਫੀ ਜ਼ਿਆਦਾ ਕੰਮ ਜਿਹੜਾ ਰੁਕ ਗਿਆ ਹੈ ਨਾ, ਸੋ ਇਸ ਇਹੋ ਜਿਹੇ ਪੀਰੀਅਡ ਦੇ ਦੌਰਾਨ ਆਪਾਂ ਆਪਣੀ ਜਿਹੜੀ RRSP 'ਚ ਜੋ ਵੀ ਇਨਵੈਸਟ ਕੀਤਾ ਉਹ ਆਪਾਂ ਕਢਵਾ ਸਕਦੇ ਹਾਂ ਆਪਣੇ ਯੂਜ਼। ਲੋਕਾਂ ਨੇ ਕਢਵਾਏ ਵੀ ਨੇ, ਕਈਆਂ ਨੇ ਜਿਨ੍ਹਾਂ ਦੀ ਇਨਕਮ ਘੱਟ ਸੀ, 2020 ਦੇ ਵਿੱਚ ਮੈਂ ਕਈਆਂ ਨੂੰ ਕਢਵਾ ਕੇ ਦਿੱਤੇ ਆ ਪੈਸੇ। ਸੋ ਤੁਸੀਂ, ਔਰ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਵੀ ਇਹਦੇ 'ਚ ਕੋਈ ਤੁਹਾਨੂੰ ਉਹ ਨਹੀਂ ਹੈ, ਕੋਈ ਪੈਨਲਟੀ ਨਹੀਂ ਹੈ। ਸੋ ਇਹ ਤੁਸੀਂ ਬਹੁਤ ਧਿਆਨ ਰੱਖਣਾ ਜਦੋਂ ਵੀ ਤੁਸੀਂ RRSP ਕਰਾਣੀ ਹੈ, ਜਿਸ ਵੀ ਕਿਸੇ ਐਡਵਾਈਜ਼ਰ ਨਾਲ ਜਾਂ ਕਿਸੇ ਵੀ ਏਜੰਸੀ ਤੋਂ ਕਰਾਣੀ ਹੈ, ਤੁਸੀਂ ਇਹ ਚੈੱਕ ਕਰਨਾ ਹੈ ਕਿ ਉਸ RRSP ਦੇ ਵਿੱਚ ਕੋਈ ਲੌਕ ਇਨ ਨਾ ਹੋਵੇ, ਕੋਈ ਪੈਨਲਟੀ ਨਾ ਹੋਵੇ ਕਿ ਜੇ ਤੁਸੀਂ ਕਢਾਣੇ ਹੈ ਤਾਂ ਉਹ ਕਹਿਣ ਵੀ ਤੁਸੀਂ ਇੰਨੇ ਸਾਲ ਨਹੀਂ ਕਢਾ ਸਕਦੇ, ਕਿਉਂਕਿ ਇਹ ਪੋਸੀਬਲ ਹੈ। ਕਈ ਕੰਪਨੀਆਂ ਐਸੀਆਂ ਨੇ ਜਿਹੜੀਆਂ, ਜਾਂ ਕਈ ਐਡਵਾਈਜ਼ਰ ਏਦਾਂ ਵੀ ਕਰਦੇ ਨੇ ਜਿਨ੍ਹਾਂ ਦੇ ਵਿੱਚ ਲੌਕ ਕਰ ਦਿੰਦੇ ਨੇ 5 ਸਾਲ ਲਈ, 6 ਸਾਲ ਲਈ, ਜੇ ਤੁਸੀਂ ਉਸ ਤੋਂ ਪਹਿਲਾਂ ਕਢਾਉਂਦੇ ਹੋ ਤੁਹਾਨੂੰ ਪੈਨਲਟੀ ਪੈਂਦੀ ਹੈ। ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਉਹ ਕਰਾਉਂਦੇ ਹੋ ਤਾਂ ਤੁਸੀਂ ਆਪਣੇ ਐਡਵਾਈਜ਼ਰ ਨਾਲ ਗੱਲ ਕਰੋ ਕਿ ਵੀ ਇਹਦੇ ਉੱਤੇ ਕੋਈ ਵੀ ਸਾਨੂੰ ਪੈਨਲਟੀ ਨਹੀਂ ਪੈਣੀ ਚਾਹੀਦੀ, ਚਾਹੇ ਅਸੀਂ ਇਹਨੂੰ 6 ਮਹੀਨੇ ਬਾਅਦ ਕਢਾਈਏ, ਚਾਹੇ 2 ਸਾਲ ਬਾਅਦ ਕਢਾਈਏ, ਨਾ ਹੀ ਇਹਦੇ 'ਚ ਕੋਈ ਲੌਕ ਇਨ ਹੋਣਾ ਚਾਹੀਦਾ। ਪਰ ਇਹ ਪੋਸੀਬਲ ਹੈ, ਅਸੀਂ ਜਿੰਨੇ ਵੀ ਕਰਦੇ ਹਾਂ ਸਾਡੇ ਲੌਕ ਇਨ ਨਹੀਂ ਹੁੰਦਾ। ਜੀ, ਤੇ ਵੀਰਿੰਦਰ ਜੀ ਤੁਸੀਂ ਗੱਲ ਕੀਤੀ ਇਨਵੈਸਟਰਸ ਦੀ, ਹੈ ਨਾ, ਤੇ ਇੱਥੇ ਮੈਂ ਤੇ ਮੇਰੇ ਸਾਰੇ ਸਰੋਤੇ ਜਾਣਨਾ ਚਾਹੁੰਦੇ ਨੇ ਵੀ ਜਦੋਂ ਆਪਾਂ RRSP ਦੇ ਵਿੱਚ ਇਨਵੈਸਟ ਕਰਦੇ ਆ ਤੁਹਾਡੇ ਥਰੂ ਜਾਂ ਫਿਰ ਬੈਂਕ ਜਾਂ ਕੋਈ ਹੋਰ ਐਡਵਾਈਜ਼ਰ ਦੇ ਥਰੂ, ਤੇ ਕਿਹੜੇ ਬੈਨੀਫਿਟਸ ਮਿਲਦੇ ਨੇ? ਅਗੇਨ ਅ ਗੁੱਡ ਕੁਐਸਚਨ, ਇਹ ਸਰੋਤਿਆਂ ਨੂੰ ਬਹੁਤ ਬੈਨੀਫਿਟ ਕਰੇਗਾ ਇਹ ਆਨਸਰ। ਸੋ ਬੈਂਕਸ ਦੇ ਵਿੱਚ ਕੀ ਹੈ ਕਿ ਪ੍ਰੋਬੇਟ ਫੀਸ ਪੈਂਦੀ ਹੈ। ਜੇ ਓਕੇ, ਇੱਥੋਂ ਸ਼ੁਰੂ ਕਰਦੇ ਹਾਂ। ਪਹਿਲੀ ਗੱਲ ਹੈ, ਜੇ ਹੁਣ ਤੁਸੀਂ RRSP 'ਚ ਪੈਸਾ ਪਾ ਰਹੇ ਹੋ ਜੀ, ਬੈਂਕਸ ਦੇ ਵਿੱਚ ਤੁਸੀਂ ਉਹਨਾਂ ਦੇ EMPLOYEES ਨਾਲ, ਜਿਹੜੇ ਕਸਟਮਰ ਸਰਵਿਸ ਦੇ ਬੰਦੇ ਉਹਨਾਂ ਨਾਲ ਡੀਲ ਕਰਦੇ ਹੋ, ਵੇਅਰ ਐਜ਼ ਵੀ ਆਰ ਸਰਟੀਫਾਈਡ ਰੈਗੂਲੇਟਡ ਫਾਈਨੈਂਸ਼ੀਅਲ ਐਡਵਾਈਜ਼ਰਸ, ਸਾਡੇ ਕੋਲ ਲਾਇਸੈਂਸ ਹੈਗੇ ਨੇ, ਤੇ ਉਹਨਾਂ ਦੇ ਕੋਲ ਸਪੈਸੀਫਿਕ ਇੱਕ ਬ੍ਰਾਂਚ, ਇੱਕ ਬੈਂਕ ਦੀ ਹੀ ਪ੍ਰੋਡਕਟ ਹੁੰਦਾ, ਸਾਡੇ ਕੋਲ ਡਿਫਰੈਂਟ ਪ੍ਰੋਡਕਟਸ ਹੁੰਦੇ ਨੇ। ਪਹਿਲੀ ਗੱਲ ਇਹ ਹੈ ਵੀ ਉਹ ਮੋਨੀਟਰਿੰਗ ਜਿਹੜੀ ਹੈਗੀ ਹੈ ਮਨੀ ਦੀ, ਜਿਹੜਾ ਤੁਸੀਂ ਪੈਸਾ ਇਨਵੈਸਟ ਕਰਦੇ ਹੋ, ਉਹ ਸਾਡੀ ਬੈਟਰ ਹੈ, ਬਿਕੋਜ਼ ਇਹ ਸਾਡਾ ਆਪਣਾ ਬਿਜ਼ਨਸ, ਅਸੀਂ ਉਹਨੂੰ ਕਰਦੇ ਹਾਂ। ਜਿਹੜਾ ਵੱਡਾ ਬੈਨੀਫਿਟ ਹੈ ਉਹ ਸਟੇਟ ਪਲੈਨਿੰਗ ਬੈਨੀਫਿਟ ਹੈ। ਸੋ ਜੇ ਕਿਸੇ ਦਾ ਪੈਸਾ ਬੈਂਕ ਦੇ ਵਿੱਚ ਕੋਈ ਇਨਵੈਸਟ ਹੋਇਆ ਹੋਇਆ ਕਿਸੇ ਵੀ ਸੇਵਿੰਗ ਅਕਾਊਂਟ 'ਚ ਜਾਂ ਚੈਕਿੰਗ ਅਕਾਊਂਟ ਜਾਂ ਕਿਸੇ ਵੀ ਅਕਾਊਂਟ 'ਚ, ਜੇ ਉਹਦੀ ਡੈਥ ਹੋ ਜਾਂਦੀ ਹੈ ਤੇ ਉਹਨੂੰ ਬੈਨੀਫੀਸ਼ੀਅਰੀ ਨੂੰ ਪੈਸਾ ਦੇਣ ਲਈ ਬੈਂਕ ਵਿਲਸ ਦੀ ਸਹਾਇਤਾ ਲੈਂਦਾ ਕਿ ਤੁਹਾਡੇ ਵਿਲ 'ਚ ਕੀ ਲਿਖਿਆ ਹੈ। ਉਹਨੂੰ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ, ਜੇ ਵਿਲ ਨਹੀਂ ਹੈਗੀ ਟਾਈਮ ਹੋਰ ਵੀ ਜ਼ਿਆਦਾ ਲੱਗਦਾ ਹੈ। ਪਲੱਸ ਤੁਹਾਨੂੰ ਉੱਥੇ ਪ੍ਰੋਬੇਟ ਫੀਸ ਪੈਂਦੀ ਹੈ। ਹੁਣ ਮੈਨੀਟੋਬਾ 'ਚੋਂ ਵੇਵ ਆਫ ਹੋਈ ਹੈ, ਬਟ ਮੋਸਟ ਆਫ ਦੀ ਪ੍ਰੋਵਿੰਸਸ ਉਹ ਪੈਂਦੀ ਹੈ ਜਾਂ ਕੱਲ੍ਹ ਨੂੰ ਪੈ ਵੀ ਸਕਦੀ ਹੈ। ਜੇ ਹੁਣ ਤੁਸੀਂ ਸਾਡੇ ਥਰੂ ਕਰਦੇ ਹੋ, ਕਿਉਂਕਿ ਅਸੀਂ ਇੰਸ਼ੋਰੈਂਸ ਕੰਪਨੀ ਦੇ ਥਰੂ ਇਨਵੈਸਟਮੈਂਟ ਕਰਦੇ ਹਾਂ ਸਾਰੀ, ਉਹਦੇ 'ਚ ਸੇਫਟੀ ਜ਼ਿਆਦਾ ਹੈ, ਕਿਉਂਕਿ ਜਿੰਨੀ ਵੀ ਇੰਸ਼ੋਰੈਂਸ ਦੇ ਵਿੱਚ ਪੈਸਾ ਹੁੰਦਾ ਹੈ ਉਹਨੂੰ ਕੁਛ ਨਾ ਕੁਛ ਗਾਰੰਟੀ ਦਿੱਤੀ ਜਾਂਦੀ ਹੈ ਕਿ 75% ਜਾਂ 100% ਤੁਹਾਡੀ ਮਨੀ ਸੇਫ ਹੈ। ਪਲੱਸ ਜੇ ਡੈਥ ਹੁੰਦੀ ਹੈ ਤਾਂ ਬੈਨੀਫੀਸ਼ੀਅਰੀ ਨੂੰ ਵਿਦਨ 2 ਵੀਕਸ ਪੈਸੇ ਮਿਲ ਜਾਂਦੇ ਆ, ਵੇਅਰ ਐਸ ਬੈਂਕਾਂ 'ਚ ਕਈ ਵਾਰੀ 2-2 ਸਾਲ ਲੱਗ ਜਾਂਦੇ ਨੇ। ਤੀਸਰੀ ਚੀਜ਼ ਇਹ ਹੈ ਵੀ ਜਿਹੜਾ ਵੀ ਕੋਈ
ਬੰਦਾ ਪੈਸੇ ਸਾਡੇ ਥਰੂ ਕਰਦਾ ਹੈ, ਤੁਸੀਂ ਕਿਸੇ ਵੀ ਵੱਡੀ ਕੰਪਨੀ ਦੇਖੋਗੇ ਨਾ, ਜਿਹੜੇ ਵੀ ਕੋਈ ਵੱਡੇ EMPLOYER ਨੇ ਜਿਨ੍ਹਾਂ ਨੇ ਗਰੁੱਪ RRSP ਪਲਾਨ ਦਿੱਤਾ ਹੁੰਦਾ, ਤੁਸੀਂ ਦੇਖੋਗੇ ਮੋਸਟਲੀ ਇੰਸ਼ੋਰੈਂਸ ਕੰਪਨੀ ਦੇ ਥਰੂ ਹੋਊਗਾ, ਉਹਦੇ ਹੀ ਕਿਉਂਕਿ ਸਟੇਟ ਪਲੈਨਿੰਗ ਬੈਨੀਫਿਟਸ ਹੈਗੇ ਨੇ। ਲਾਸਟ ਚੀਜ਼ ਮੈਂ ਦੱਸਣ ਲੱਗਾ ਸੀ ਵੀ ਸਾਡੀ ਜਿਹੜੀ ਡੈਡੀਕੇਟਡ ਐਡਵਾਈਸ ਹੈ, ਕਿਉਂਕਿ ਅਸੀਂ ਸਟੇਟ ਪਲੈਨਿੰਗ ਕਰਦੇ ਹਾਂ, ਸਾਨੂੰ ਪਤਾ ਵੀ ਪੈਸਾ ਕਿੱਦਾਂ ਲਾਣਾ ਹੈ, ਕਿੱਥੇ ਲਾਣਾ ਹੈ, ਗਰੋਥ ਮੱਚ ਬੈਟਰ ਹੈ। ਸੋ ਉਹ ਜਿਹੜੇ ਸਾਰੇ ਬੈਨੀਫਿਟਸ ਨੇ ਉਹ ਤੁਹਾਨੂੰ ਬੈਂਕ ਨਾਲੋਂ ਬੈਟਰ ਮਿਲਣ ਦੀ ਜ਼ਿਆਦਾ ਆਸ ਹੈ ਜੇ ਤੁਸੀਂ ਮੇਰੇ ਵਰਗੇ ਕਿਸੇ ਵੀ ਐਡਵਾਈਜ਼ਰ ਤੋਂ ਤੁਸੀਂ ਇਹ ਕਰਵਾਉਂਦੇ ਹੋ। ਜੀ, ਤੇ ਵੀਰਿੰਦਰ ਜੀ ਇੱਥੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਤੁਹਾਡੀ ਕੰਪਨੀ ਦਾ ਨਾਮ ਤੇ ਤੁਹਾਡਾ ਸੈੱਲ ਨੰਬਰ ਮੈਂ ਜ਼ਰੂਰ ਦੱਸ ਦਿਆਂ, ਤਾਂ ਕਿ ਜੇ ਕਿਸੇ ਨੂੰ ਵੀ RRSP ਜਾਂ RESP ਜਾਂ ਕਿਸੇ ਵੀ ਇੰਸ਼ੋਰੈਂਸ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਡਾਇਰੈਕਟਲੀ ਵੀਰਿੰਦਰ ਬਹਿਲ ਜੀ ਨੂੰ ਕਾਲ ਕਰ ਸਕਦੇ ਹੋ 204 230 41 31 ਤੇ 204 230 4131 ਤੇ। ਤੁਸੀਂ ਵੀਰਿੰਦਰ ਬਹਿਲ ਜੀ ਨਾਲ ਗੱਲਬਾਤ ਕਰਕੇ ਆਪਣੀਆਂ ਸਾਰੀਆਂ ਕੁਐਰੀਜ਼ ਜਿਹੜੀਆਂ ਨੇ ਉਹ ਸੋਲਵ ਆਊਟ ਕਰਵਾ ਸਕਦੇ ਹੋ। ਵੀਰਿੰਦਰ ਜੀ, ਇਸ ਤੋਂ ਬਾਅਦ ਮੈਂ ਇੱਕ ਥੋੜੀ ਜਿਹੀ ਕੈਲਕੂਲੇਸ਼ਨ ਤੁਹਾਡੇ ਨਾਲ ਕਰਨਾ ਚਾਹਾਂਗੀ ਕਿ ਸਪੋਜ਼ ਕਿ ਅੱਜ ਮੈਂ 28 ਦੀ ਏਜ ਦੇ ਵਿੱਚ $200 ਇਨਵੈਸਟ ਕਰ ਰਹੀ ਹਾਂ RRSP ਦੇ ਵਿੱਚ, ਤੇ ਜੇ ਮੈਂ 35 ਦੀ ਏਜ ਦੇ ਵਿੱਚ ਅਗਰ ਮੈਂ ਕਢਵਾਣੇ ਨੇ ਤਾਂ ਉਸ ਟਾਈਮ ਤੱਕ ਮੇਰੇ ਕੋਲ ਕਿੰਨਾ ਕੁ ਪੈਸਾ ਇਕੱਠਾ ਹੋ ਗਿਆ ਹੋਣਾ? ਸੋ ਕਿੰਨੀ ਏਜ ਤੋਂ? ਸੋ 30 ਤੋਂ ਲੈ ਕੇ ਰਿਟਾਇਰਮੈਂਟ ਤੱਕ? ਜੀ ਓਕੇ। ਸੋ ਲੈਟਸ ਸੇ ਮੈਂ ਤੁਹਾਨੂੰ ਮੋਟਾ ਕੈਲਕੂਲੇਸ਼ਨ ਕਰ ਦਿੰਦਾ। ਸੋ ਇਹਦੇ ਚ ਕੀ ਹੋਏਗਾ ਕਿ ਵੀ ਤੁਸੀਂ ਤਕਰੀਬਨ ਜੇ $200 ਪਾਣੇ ਆ, ਲੈਟਸ ਸੇ ਤੁਹਾਡੀ 30-35% ਟੈਕਸ ਬ੍ਰੈਕਟ ਹੈ, ਤੁਹਾਨੂੰ ਤਕਰੀਬਨ $70 ਵਾਪਸ ਆ ਜਾਇਆ ਕਰਨਗੇ ਤੇ ਬਾਕੀ ਤੁਸੀਂ ਉਹਦੇ ਚ ਇਨਵੈਸਟ ਕਰੀ ਜਾਓਗੇ। ਤੁਹਾਡਾ ਤਕਰੀਬਨ $84,000 ਇਨਵੈਸਟ ਹੋਏਗਾ 65 ਸਾਲ ਤੱਕ। ਸੋ ਜੇ ਤੁਸੀਂ ਹਾਂ, ਕਿਉਂਕਿ ਤੁਸੀਂ 35 ਸਾਲ ਹੋ ਗਏ, 35 into 12 into 200, ਸੋ $2400 ਨੂੰ ਜੇ ਆਪਾਂ 35 ਨਾਲ ਮਲਟੀਪਲਾਈ ਕਰੀਏ ਤਾਂ 84,000 ਦੇ ਕਰੀਬ। ਅੱਜ ਜੇ ਮੈਂ 200 ਪਾ ਰਹੀ ਹਾਂ ਤਾਂ ਮੈਂ 65 ਦੀ ਏਜ ਤੱਕ ਮੇਰੇ ਕੋਲ ਨਹੀਂ ਤੁਸੀਂ 84 ਪਾਣਾ ਹੈ। ਜੇ 200 ਤੁਸੀਂ ਐਵਰੀ ਮੰਥ ਪਾ ਰਹੇ ਹੋ, ਜਿਹੜਾ ਤੁਸੀਂ ਮੈਨੂੰ ਕੁਐਸਚਨ ਕੀਤਾ ਹੈ, ਤਾਂ ਫਿਰ ਤੁਸੀਂ 200 ਨੂੰ ਜੇ ਮਲਟੀਪਲਾਈ ਕਰਦੇ ਹੋ 12 ਦੇ ਨਾਲ, ਤੁਸੀਂ ਦੇਖੋ ਨਾ 200 into 12 ਤੁਹਾਡੇ 2400 ਹੋ ਗਏ ਸਾਲ ਦੇ, ਮਲਟੀਪਲਾਈ ਬਾਈ 35 ਤੁਹਾਡਾ 84,000 ਬਣਿਆ। ਸੋ 65 ਤੱਕ ਤੁਸੀਂ 84,000 ਇਨਵੈਸਟ ਕਰ ਚੁੱਕੇ ਹੋ। ਪਰ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ, ਦੇਖੋ ਇਹਦੀ ਕੋਈ ਗਾਰੰਟੀ ਨਹੀਂ ਹੈ, ਬਟ ਜਿਹੜਾ ਅਸੀਂ ਪਿੱਛੇ ਹਿਸਟਰੀ ਦੇਖਦੇ ਆਏ ਆ, ਜੋ ਮੈਂ ਪਿਛਲੇ 10 ਸਾਲ ਦੀ 12 ਸਾਲ ਦੀ ਆਪਣੇ ਕਲਾਇੰਟਸ ਦੀ ਦੇਖ ਰਿਹਾ, ਤੁਹਾਡਾ ਅਪਰੋਕਸੀਮੇਟਲੀ 200 ਪਰ ਮੰਥ RRSP ਦੇ ਵਿੱਚ 84,000 ਬਣਦਾ ਹੈ। ਅਪਰੋਕਸੀਮੇਟਲੀ ਤੁਹਾਡਾ 7 ਲੱਖ $7.5 ਬਣ ਜਾਏਗਾ ਜਦੋਂ ਤੱਕ ਮੈਂ 65 ਦੀ ਹੋ ਜਾਵਾਂਗੀ। ਤਕਰੀਬਨ 3/4 ਮਿਲੀਅਨ, 1 ਮਿਲੀਅਨ ਤੋਂ 2-2.5 ਲੱਖ ਘੱਟ, ਤਾਂ 7-7.5 ਲੱਖ ਤੁਹਾਡਾ ਬਣ ਜਾਣਾ ਸਿਰਫ 84,000 ਪਾਉਣ ਨਾਲ 200 ਕਰਕੇ। ਤੇ ਮੈਂ ਹੁਣ ਇੱਥੇ ਥੋੜੀ ਜਿਹੀ ਮੈਂ ਲਾਲਚੀ ਹੋ ਰਹੀ ਸੀ ਕਿ ਜੇ ਦੁਬਾਰਾ ਫੇਰ ਇਹੀ ਮਨੀ ਮੈਂ ਇਹੋ ਜਿਹੇ ਕਿਸੇ ਪਲਾਨ ਦੇ ਵਿੱਚ ਇਨਵੈਸਟ ਕਰਨਾ ਚਾਹਾਂ ਤੇ ਕਰ ਸਕਦੇ ਆ? ਲਾਈਕ ਦੁਬਾਰਾ ਫੇਰ ਇਹੀ ਮਨੀ ਅਗਰ ਮੈਂ ਯੂਜ਼ ਕਰਨੀ ਚਾਹਾਂ, ਕਿਸ ਤਰ੍ਹਾਂ ਮੈਂ ਸਮਝਿਆ ਵੀ ਇਹ ਕਿਹੜੀ ਮਨੀ ਜਿਹੜੀ 700,000? ਹਾਂਜੀ ਨਹੀਂ, ਤੁਸੀਂ ਇਹ ਤਾਂ ਤੁਹਾਡੀ ਮਰਜ਼ੀ ਹੈ, ਤੁਸੀਂ ਇਹਨੂੰ ਦੇਖੋ RRSP 71 ਤੱਕ ਕਰ ਸਕਦੇ ਹੋ। 71 ਤੋਂ ਬਾਅਦ ਤੁਹਾਨੂੰ 5% 5.3% ਦੇ ਕਰੀਬ ਐਵਰੀ ਈਅਰ ਕਢਾਣੇ ਪੈਂਦੇ ਨੇ। ਓਕੇ, ਐਵਰੀ ਈਅਰ ਆਫਟਰ 71 ਤੋਂ ਬਾਅਦ ਤੁਸੀਂ ਪਾ ਨਹੀਂ ਸਕਦੇ RRSP ਚ। ਇਹ ਮਤਲਬ ਫਿਰ ਲਿਮਿਟ ਹੋ ਗਈ ਕਿ 71 ਦੀ ਏਜ ਤੱਕ ਪਾ ਸਕਦੇ ਹੋ, ਪਰ ਤੁਸੀਂ ਫਿਰ ਹੋਰ ਅਕਾਊਂਟ ਖੋਲ ਸਕਦੇ ਹੋ, ਤੁਹਾਡੇ TFSA ਦਾ ਖੋਲ ਸਕਦੇ ਆ, ਤੁਹਾਡੇ ਬੱਚਿਆਂ ਦੀ RESP ਦਾ ਖੋਲ ਸਕਦੇ ਆ ਜਦੋਂ ਤੁਹਾਡਾ ਹੋਊਗਾ ਵਿਆਹ। ਤੇ ਅਸੀਂ ਹੋਰ ਆਪਣਾ ਹੋਰ ਕਈ ਤਰ੍ਹਾਂ ਦੀਆਂ ਇਨਵੈਸਟਮੈਂਟਸ ਨੇ ਜਿਹਦੇ ਚ ਅਸੀਂ ਤੁਹਾਡੇ ਮਤਲਬ ਮਨੀ ਨੂੰ ਇਨਵੈਸਟ ਕਰ ਸਕਦੇ ਹਾਂ। ਮੈਂ ਤੁਹਾਨੂੰ ਇੱਕ ਬੇਸਿਕ RRSP ਦੀ ਕੈਲਕੂਲੇਸ਼ਨ ਜਿਹੜੀ ਤੁਸੀਂ ਕੁਐਸਚਨ ਕੀਤਾ ਉਹਦਾ ਮੈਂ ਤੁਹਾਨੂੰ ਇੱਕ ਮੋਟਾ ਦੱਸਿਆ ਵੀ ਜੇ ਤੁਸੀਂ $84,000 35 ਸਾਲਾਂ ਚ ਇਨਵੈਸਟ ਕਰਦੇ ਹੋ $200 ਕਰਕੇ, ਤਾਂ ਤੁਹਾਡਾ ਤਕਰੀਬਨ 7 ਤੋਂ 8 ਲੱਖ ਡਾਲਰ ਬੇਸਡ ਔਨ ਮਾਈ ਐਕਸਪੀਰੀਅੰਸ, ਬੇਸਡ ਔਨ ਹਿਸਟਰੀ ਤੁਹਾਡਾ ਬਣ ਜਾਏਗਾ। ਮਤਲਬ ਇਹਦੇ ਚ ਹੁਣ ਇਹ ਵੀ ਹੋ ਸਕਦਾ ਕਿ 50,000 ਇਸ ਤੋਂ ਵੱਧ ਬਣ ਜਾਏ ਜਾਂ ਇਸ ਤੋਂ ਘੱਟ ਵੀ ਬਣ ਜਾਏ, ਡਿਪੈਂਡਿੰਗ ਅਪਨ ਪਰਫਾਰਮੈਂਸ ਕਿੱਦਾਂ ਹੁੰਦੀ ਹੈ। ਹਾਂ, ਇਹ ਅਪਰੋਕਸੀਮੇਟ ਨੰਬਰ ਹੈ, ਪਰ ਮੋਸਟ ਲਾਈਕਲੀ ਇੰਨਾ ਬਣ ਜਾਏਗਾ ਕਿ ਇਹ ਹਿਸਟਰੀ ਕਹਿ ਰਹੀ ਹੈ ਵੀ ਇੰਨਾ ਬਣ ਜਾਏਗਾ। ਮਤਲਬ ਬੜਾ ਵਧੀਆ ਪਲਾਨ ਹੈ ਕਿ ਇਹਦੇ ਵਿੱਚ ਆਪਾਂ ਟੈਕਸ ਵੀ ਬਚਾ ਸਕਦੇ ਹਾਂ ਤੇ ਜਦੋਂ ਵੀ ਲੋੜ ਪਵੇ ਇਹਨੂੰ ਕਢਾ ਵੀ ਸਕਦੇ, ਕਦੇ ਵੀ ਕਢਾ ਸਕਦੇ ਹਾਂ। ਪਰ ਜੇ ਮਾਨਵੀ ਜੀ ਤੁਸੀਂ ਇਹਦੇ ਚ ਇਹ ਧਿਆਨ ਰੱਖਣਾ ਕਿ ਜਿਹੜਾ ਤੁਸੀਂ $200 ਪਾ ਰਹੇ ਹੋ ਇਹ ਚੋਂ ਕਢਾਇਆ ਕੁਛ ਨਹੀਂ। ਜੇ ਤੁਸੀਂ ਕਢਾਉਂਦੇ ਹੋ ਫਿਰ ਇਹ 700,000 ਵੀ ਘਟ ਜਾਏਗਾ। ਜੇ ਤੁਸੀਂ ਕਿਸੇ ਸਾਲ ਨੂੰ ਤੁਹਾਡਾ 20,000 ਬਣ ਗਿਆ, ਤੁਸੀਂ ਉਹ ਚ 10,000 ਘਟਾ ਲਿਆ, ਫਿਰ ਇਹ 7 ਲੱਖ ਦੀ ਬਜਾਏ ਹੋ ਸਕਦਾ ਤੁਹਾਡਾ 6 ਲੱਖ ਜਾਂ 5.5 ਲੱਖ ਰਹਿ ਜਾਏ, ਕਿਉਂਕਿ ਤੁਸੀਂ ਵਿੱਚੋਂ ਪੈਸੇ ਕਢਾ ਲਏ। ਆਪਾਂ ਇਹ ਲੈ ਕੇ ਚੱਲ ਰਹੇ ਹਾਂ ਕਿ ਤੁਸੀਂ 200 ਪਾ ਰਹੇ ਹੋ ਪਰ ਕਢਾਇਆ ਨਹੀਂ ਵਿੱਚੋਂ ਕਦੀ ਵੀ, ਪਰ ਜੇ ਤੁਸੀਂ ਕਢਾਉਂਦੇ ਹੋ ਫਿਰ ਥੋੜਾ ਘਟ ਜਾਏਗਾ। ਜੀ, ਇਹਦੇ ਨਾਲ ਹੀ ਤੁਸੀਂ ਦੱਸਿਆ ਕਿ ਅਗਰ ਆਪਾਂ 200 ਪਾਉਂਦੇ ਆ, ਮੈਂ ਇਹ ਜਾਨਣਾ ਚਾਹਾਂਗੀ ਕਿ ਲਿਮਿਟ ਹੈ ਕੋਈ, ਆਪਾਂ ਇਹਦੇ ਚ ਜਿੰਨਾ ਮਰਜ਼ੀ ਇਨਵੈਸਟ ਕਰ ਲਈਏ? 18% ਜਿਵੇਂ ਤੁਹਾਨੂੰ ਦੱਸਿਆ ਆਫ ਯੋਰ ਇਨਕਮ, ਤੁਸੀਂ ਆਪਣੀ ਪਹਿਲਾਂ ਹੀ ਗੱਲ ਹੋਈ ਹੈ ਕਿ 18% ਤੁਹਾਡੀ ਇਨਕਮ ਦਾ ਪਾ ਸਕਦੇ ਹੋ ਮੈਕਸਿਮਮ। ਸੋ ਜੇ ਤੁਹਾਡੀ ਇਨਕਮ ਮੰਨ ਲਓ $1 ਲੱਖ ਹੈ ਤਾਂ ਤੁਸੀਂ ਸਾਲ ਦਾ 18,000 ਤੁਹਾਨੂੰ ਲਿਮਿਟ ਮਿਲੇਗੀ CRA ਵੱਲੋਂ। ਉਹ ਹਰ ਸਾਲ ਤੁਹਾਨੂੰ ਨੋਟਿਸ ਆਫ ਅਸੈਸਮੈਂਟ ਤੇ
ਲਿਮਿਟ ਲਿਖੀ ਆਏਗੀ, ਪਿਛਲੇ ਸਾਲਾਂ ਜੇ ਨਹੀਂ ਲਈ ਉਹ ਐਕਿਊਮੂਲੇਟ ਹੋ ਜਾਏਗੀ ਜੀ। ਤੇ ਇਸ ਸਾਲ ਆਪਾਂ ਟੈਕਸ ਡੈਡਲਾਈਨ ਕੀ ਹੈ, ਆਪਾਂ ਕਦੋਂ ਕੰਟਰੀਬਿਊਟ ਕਰ ਸਕਦੇ ਹਾਂ ਇਹਦੇ ਵਿੱਚ? ਓਕੇ, ਸੋ ਜਿਹੜਾ ਹੁਣ 2021 ਹੈਗਾ ਪਿੱਛੇ ਲੰਘਿਆ ਸਾਲ, ਜੇ ਉਹਦੇ 'ਚ ਤੁਸੀਂ ਟੈਕਸ ਬੈਨੀਫਿਟ ਲੈਣਾ ਹੈ ਤਾਂ ਉਹਦੀ ਹੁਣ ਲਾਸਟ ਡੇਟ ਤੁਹਾਡੀ ਮਾਰਚ 1 ਹੈ। ਸੋ ਇਸ ਸਾਲ 2022 'ਚ ਜੇ ਅਸੀਂ ਮਾਰਚ 1 ਤੋਂ ਪਹਿਲਾਂ ਸਾਨੂੰ ਕੰਟੈਕਟ ਕਰ ਲੈਂਦੇ ਹੋ, ਅਸੀਂ ਤੁਹਾਨੂੰ ਜਿਹੜਾ 2021 ਦਾ ਟੈਕਸ ਬੈਨੀਫਿਟ ਹੈ ਉਹ ਅਸੀਂ ਦਵਾ ਸਕਦੇ ਹਾਂ ਉਹਦੇ ਵਿੱਚ RRSP 'ਚ ਇਨਵੈਸਟ ਕਰਕੇ। ਬਾਕੀ ਜਿਹੜੀਆਂ ਇਹਦੀਆਂ ਇਨਵੈਸਟਮੈਂਟ ਆਪਸ਼ਨਸ ਨੇ ਤੁਸੀਂ ਫਰਦਰ ਮੇਰੇ ਨਾਲ ਫੋਨ ਤੇ ਡਿਸਕਸ ਕਰ ਸਕਦੇ ਹੋ, ਜਾਂ ਫਰਦਰ ਡਿਟੇਲ ਲੈਣੀ ਹੈ ਤੁਸੀਂ ਮੇਰੇ ਆਫਿਸ ਵੀ ਆ ਸਕਦੇ ਹੋ। ਸੋ ਉਹਦੇ ਨਾਲ ਕੀ ਹੈ ਕਿ ਵੀ ਕੇਸ ਬਾਈ ਕੇਸ ਹਰੇਕ ਇੰਡੀਵਿਜੂਅਲ ਦੀ ਅਲੱਗ-ਅਲੱਗ ਸਟ੍ਰੈਟਜੀ ਬਣਦੀ ਹੈ ਵੀ ਕਿੰਨੇ ਪੈਸੇ RRSP 'ਚ ਹੋਣੇ ਚਾਹੀਦੇ ਆ, ਕਿੰਨੇ TFSA 'ਚ, ਕਿੰਨਾ ਟੈਕਸ ਸੇਵ ਹੋ ਜਾਏਗਾ। ਸੋ ਸਾਡੇ ਕੋਲ ਸਾਰੇ ਚਾਰਟ ਹੈਗੇ ਆ, ਸੌਫਟਵੇਅਰ ਹੈਗੇ ਆ, ਸੋ ਅਸੀਂ ਤੁਹਾਨੂੰ ਸਹੀ ਗਾਈਡ ਉਦੋਂ ਕਰ ਸਕਦੇ ਹਾਂ ਜੋ ਤੁਸੀਂ ਕੇਸ ਔਨ ਕੇਸ ਤੁਹਾਡੀ ਇਨਫੋਰਮੇਸ਼ਨ ਲੈ ਕੇ ਅਸੀਂ ਕੇਸ ਬਾਈ ਕੇਸ ਬੇਸਿਸ ਸਮਝਾਈਏ ਜੀ। 2021 ਦੇ ਟੈਕਸ ਦੇ ਵਿੱਚ ਕੰਟਰੀਬਿਊਟ ਕਰਨ ਦੇ ਲਈ, ਟੈਕਸ ਬੈਨੀਫਿਟ ਲੈਣ ਦੇ ਲਈ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਫੋਕਸ ਇੰਸ਼ੋਰੈਂਸ ਤੋਂ ਬੀਰਿੰਦਰ ਬਹਿਲ ਜੀ ਕੋਲ। ਤੁਸੀਂ ਇਹਨਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ 204 230 41 31 ਦੇ ਉੱਪਰ, 204 230 4131 ਤੇ ਤੁਸੀਂ ਬੀਰਿੰਦਰ ਬਹਿਲ ਜੀ ਨਾਲ ਗੱਲਬਾਤ ਕਰਕੇ ਆਪਣੀਆਂ ਸਾਰੀਆਂ ਕੁਐਰੀਜ਼ ਜਿਹੜੀਆਂ ਵੀ ਨੇ ਸੋਲਵ ਕਰਵਾ ਸਕਦੇ ਹੋ। ਤੇ ਬੀਰਿੰਦਰ ਜੀ ਬੜਾ ਵਧੀਆ ਲੱਗਾ ਤੁਹਾਡੇ ਨਾਲ ਦੁਬਾਰਾ ਫੇਰ ਇੱਕ ਵਾਰ RRSP ਦੇ ਉੱਪਰ ਗੱਲਬਾਤ ਕਰਕੇ। ਐਨੀ ਟਾਈਮ। ਤੇ ਮੈਂ ਚਾਹਾਂਗੀ ਕਿ ਇੱਕ ਵਾਰ ਫੇਰ ਤੁਸੀਂ ਸਟੂਡੀਓ ਦੇ ਵਿੱਚ ਆ ਕੇ ਇੱਕ ਅਲੱਗ ਡਿਫਰੈਂਟ ਪਲਾਨ ਦੇ ਉੱਪਰ ਸਾਡੇ ਸਾਰੇ ਸਰੋਤਿਆਂ ਨੂੰ ਰੂਬਰੂ ਕਰਵਾਓ, ਉਹਨਾਂ ਨੂੰ ਜਾਣੂ ਕਰਵਾਓ, ਕਿਉਂਕਿ ਇਨਵੈਸਟਮੈਂਟ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਆਪਾਂ ਪੰਜਾਬ 'ਚ ਰਹਿ ਕੇ, ਇੰਡੀਆ 'ਚ ਰਹਿ ਕੇ ਕਈ ਜਿਹੜੇ ਮਾਈਂਡ ਵੀ ਕਰ ਜਾਂਦੇ ਹੋਣੇ ਆ, ਪਰ ਸੱਚ ਹੈ ਕਿ ਕਦੇ ਆਪਾਂ ਆਪਣੇ ਤੇ ਕਦੇ ਇਨਵੈਸਟਮੈਂਟ ਨਹੀਂ ਕੀਤੀ। ਹਾਂ, ਆਪਾਂ ਜਿਹੜੀ ਕੈਸ਼ ਇਨਵੈਸਟਮੈਂਟ ਹੈ ਉਹ ਨਹੀਂ ਕੀਤੀ। ਰੀਅਲ ਸਟੇਟ 'ਚ ਆਪਣੇ ਬੰਦੇ ਜਿਹੜੇ ਪੰਜਾਬ ਦੇ ਨੇ ਉਹ ਕਰਦੇ ਨੇ, ਪਰ ਜਿਹੜੀਆਂ ਕੈਸ਼ ਆਪਸ਼ਨਸ ਨੇ ਵੀ ਅਵੇਲੇਬਲ ਨੇ ਉਹ ਆਪਣੇ ਬੰਦਿਆਂ ਦਾ ਰੁਝਾਨ ਘੱਟ ਹੈ, ਕਰਦੇ ਨੇ। ਇਹ ਨਹੀਂ ਵੀ ਨਹੀਂ, ਸਾਡੇ ਕੋਲ ਸੈਂਕੜਿਆਂ 'ਚ ਹੀ ਤਾਦਾਦ 'ਚ ਕਲਾਇੰਟਸ ਨੇ, ਮੋਰ ਦੈਨ ਹੰਡਰਡਸ ਜਿਹੜੇ ਕਰਦੇ ਨੇ। ਕੋਈ 100 ਪਾਉਂਦਾ, ਕੋਈ 200, ਕੋਈ 1000, ਕੋਈ 1500, ਡਿਪੈਂਡਿੰਗ ਅਪਨ ਉਹਨਾਂ ਦੀ ਇਨਕਮ ਕਿੰਨੀ ਹੈ। ਸੋ ਵੀ ਹੈਵ ਲੋਟ ਆਫ ਕਲਾਇੰਟਸ ਹੂ ਆਰ ਪੁਟਿੰਗ ਔਰ ਇਨਵੈਸਟਿੰਗ ਇਨ देयर ਅਕਾਊਂਟਸ ਥਰੂ ਅਸ। ਤੇ ਪਰ ਤੁਹਾਡੀ ਗੱਲ ਸਹੀ ਹੈ ਵੀ ਇਹਦਾ ਰੁਝਾਨ ਘੱਟ ਹੈ, ਪਰ ਜਿਵੇਂ ਜਿਵੇਂ ਹੁਣ ਅਵੇਅਰਨੈਸ ਆ ਰਹੀ ਹੈ, ਆਪਣੇ ਐਜੂਕੇਸ਼ਨ ਹੋ ਰਹੀ ਹੈ, ਉਵੇਂ ਉਵੇਂ ਲੋਕ ਇਹਦੇ ਵਿੱਚ ਵੀ ਇਨਵੈਸਟ ਕਰ ਰਹੇ ਨੇ, ਕਿਉਂਕਿ ਗਰੋਥ ਬੜੀ ਸਟਰੋਂਗ ਹੈ। ਜਿਵੇਂ ਤੁਸੀਂ ਦੇਖਿਆ ਵੀ ਮੈਂ ਤੁਹਾਨੂੰ $200 ਵਾਲੀ ਤੁਸੀਂ ਮੈਨੂੰ ਕੁਐਸਚਨ ਪੁੱਛਿਆ, ਜੋ ਮੈਂ ਕੈਲਕੂਲੇਟ ਕੀਤਾ ਆਪਣੀ ਕਰੰਟ ਰਿਟਰਨ ਦੇ ਹਿਸਾਬ ਨਾਲ ਜੋ ਹਿਸਟੋਰੀਕਲ ਹੈ, ਤੇ ਬੜੀ ਵਧੀਆ ਅਮਾਊਂਟ ਬਣ ਜਾਂਦੀ ਹੈ। ਐਂਡ ਇਟਸ ਲਿਕੁਇਡ। ਜ਼ਮੀਨ ਤੁਸੀਂ ਲਈ ਹੈ, ਘਰ ਲਿਆ, ਉਹਨੂੰ ਵੇਚਣ ਨੂੰ ਟਾਈਮ ਲੱਗ ਸਕਦਾ, ਇਹ ਤਾਂ ਜਦੋਂ ਮਰਜ਼ੀ ਕਢਾ ਲਓ। ਜੀ ਬਿਲਕੁਲ। ਜਿੰਨੇ ਵੀ ਆਪਣੇ ਨਵੇਂ ਸਟੂਡੈਂਟਸ ਵਿਨੀਪੈਗ ਦੇ ਵਿੱਚ ਜਾਂ ਫਿਰ ਕਿਤੇ ਵੀ ਆਉਂਦੇ ਨੇ, ਸੋ ਉਹਨਾਂ ਨੂੰ ਇਹ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਾਂ ਨਵੇਂ PR ਆਉਂਦੇ ਨੇ ਕੋਈ ਵੀ, ਜਾਂ ਵਰਕ ਪਰਮਿਟ ਤੇ, ਸਾਰਿਆਂ ਨੂੰ ਜ਼ਰੂਰੀ ਹੈ ਜਾਣਕਾਰੀ ਹੋਣੀ। ਜੀ ਵੀਰਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੀ ਰਿਕੁਐਸਟ ਐਕਸੈਪਟ ਕੀਤੀ ਤੇ ਸਾਡੇ ਸਾਰੇ ਸਰੋਤਿਆਂ ਨੂੰ ਤੁਸੀਂ ਇਹਨਾਂ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ। ਤੇ ਧੰਨਵਾਦ ਤੁਹਾਡਾ ਬਹੁਤ ਬਹੁਤ। ਇੱਕ ਵਾਰ ਫਿਰ ਮੈਂ ਰਿਪੀਟ ਕਰ ਦਿਆਂਗੀ, ਤੁਸੀਂ ਅਗਰ ਕੋਈ ਵੀ ਗੱਲਬਾਤ ਕਰਨੀ ਹੈ, ਕੋਈ ਕੁਐਰੀ ਸੋਲਵ ਆਊਟ ਕਰਵਾਉਣੀ ਹੈ, ਬੀਰਿੰਦਰ ਬਹਿਲ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ 204 230 41 31 ਤੇ। ਧੰਨਵਾਦ ਜੀ।